वाहिगुरु साहिब जी। सतनाम वाहिगुरु साहिब जी। मेहरबान साहिब मेहरबान, साहिब मेरा मेहरबान। तू काहे डोलै प्राणिया, तुध राखेगा सिरजनहार। जिन पदाइश तू किया, सोई दे आधार। घट घट मालक दिलां का, सच्चा परवदगार। जिन उपाई मिदनी, जिन उपाई मेदनी। सोई करदा सार। सुकाओ होटल गुर सेवी, अहनिस नाम। सुकाओ होटल गुर सेवियै, अहनिस सहज सुभाए। दर्शन परसै गुरु, जन्म मरण दो। वै सिफत खसम, नूर अरसों कुरसों। तुध डिठे सच्चे पातशाह, मल जन्म जन्म दी। तुध डिठे सच्चे पातशाह, मल जन्म जन्म कटिया। सतनाम श्री वाहिगुरु साहिब जीओ। सोही महला पंजवा। अब चल नगर गोविंद गुरु का, नाम जपत सुख पाया राम। मन इच्छे से फल पाए, करता आप वसाया राम। करता आप वसाया सर्व सुख पाया। पुत भाई सिख बिगासे, गुण गावा पूर्ण परमेश्वर। कारज आया रासे, प्रभ आप स्वामी आपे रखा। आप पिता आप माया, कहो नानक सतगुर बलिहारी। जिने हो थान सुहाया, अब चल नगर गोविंद गुरु का, नाम जपत सुख पाया राम। वाहिगुरु जी का खालसा, वाहिगुरु जी की फतेह। सतगुरां दी साजी नवाजी गुरु की संगत, महाराज साहब जियां ने रहमत करके सतसंगत दियां ये सुभाग घड़ियां बख्शिश कीतियां। आप अमृत वेले तो गुरु की बाणी सरवण कर रहे हो। आओ कुछ समय ਲਈ अपने मन ਦੇ ਧਿਆਨ ਨੂੰ ਟਿਕਾਈਏ। बड़ी भावना ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। मिल के आखिए सतनाम श्री वाहिगुरु साहिब जी।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ। ਸੋਹੀ ਰਾਗ ਦਾ ਇਹ ਸ਼ਬਦ ਹੈ। ਪੰਚਮ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਹ ਸ਼ਬਦ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਪਾਵਨ ਪਵਿੱਤਰ ਸਰੂਪ ਹਨ, 783 ਅੰਗ ਦੇ ਉੱਪਰ ਇਹ ਸ਼ਬਦ ਮਹਾਰਾਜ ਨੇ ਬਖਸ਼ਿਆ ਹੈ। ਇਸ ਦੇ ਵਿੱਚ ਗੁਰੂ ਪਾਤਸ਼ਾਹ ਜੀ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਕਰਦੇ ਔਰ ਨਾਲ ਹੀ ਸਤ ਸੰਗਤ ਦੀ ਮਹਿਮਾ ਕਰਦੇ। ਇਹਦੇ ਵਿੱਚ ਅੰਮ੍ਰਿਤਸਰ ਨਗਰ ਦੀ ਮਹਿਮਾ ਹੈ, ਵਡਿਆਈ ਹੈ। ਅੰਮ੍ਰਿਤਸਰ ਨਗਰ ਦੇ ਨਾਲ ਨਾਲ ਇਹਦੇ ਵਿੱਚ ਸਤ ਸੰਗਤ ਰੂਪੀ ਨਗਰ ਦੀ ਵੀ ਵਡਿਆਈ ਹੈ। ਐਸਾ ਸ਼ਬਦ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਸਤਿਗੁਰੂ ਬਖਸ਼ਿਸ਼ ਕਰਦੇ ਜੋ ਗੋਬਿੰਦ ਪਰਮਾਤਮਾ ਦਾ ਸਰੂਪ ਹਨ, ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਗੁਰੂ ਰਾਮਦਾਸ ਜੀ ਜੋ ਗੋਬਿੰਦ ਪਰਮਾਤਮਾ ਦਾ ਰੂਪ ਹਨ, ਗੁਰਮੁਖੋ ਉਹਨਾਂ ਨੇ ਇਹ ਅਬਚਲ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਸਾਉਣਾ ਕੀਤਾ ਹੈ। ਗੁਰੂ ਰਾਮਦਾਸ ਜੀ ਸੋਢੀ ਸੁਲਤਾਨ ਮਹਾਰਾਜ ਸਾਹਿਬ ਉਹਨਾਂ ਨੇ ਇਹ ਅੰਮ੍ਰਿਤਸਰ ਨਗਰ ਵਸਾਇਆ ਹੈ। ਸੋ ਇੱਥੇ ਨਾਮ ਜਪਣ ਵਾਲਿਆਂ ਨੂੰ ਸੁਖ ਪ੍ਰਾਪਤ ਹੋਇਆ ਹੈ। ਜਿਹੜੇ ਅੱਗੇ ਨਾਮ ਜਪਣਗੇ ਉਹਨਾਂ ਨੂੰ ਸੁਖ ਪ੍ਰਾਪਤ ਹੋਵੇਗਾ। ਗੁਰਮੁਖੋ ਜਦੋਂ ਬੀਬੀ ਰਜਨੀ ਦਾ ਕੋੜਾ ਪਿੰਗਲਾ ਪਤੀ ਇੱਕ ਪਾਣੀ ਦੇ ਤਲਾਬ ਦੇ ਵਿੱਚ ਇਸ਼ਨਾਨ ਕਰਕੇ ਕੋੜ ਤੋਂ ਰਹਿਤ ਹੋਇਆ ਨਾ, ਤੇ ਫਿਰ ਸਤਿਗੁਰਾਂ ਦਾ ਧੰਨਵਾਦ ਕਰਨ ਵਾਸਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਗਏ। ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉਸ ਸਥਾਨ ਦੀ ਮਹਿਮਾ ਨੂੰ ਪ੍ਰਗਟ ਕਰਨ ਵਾਸਤੇ ਭਾਈ ਜੇਠਾ ਜੀ ਨੂੰ ਭੇਜਿਆ। ਕਹਿਣ ਲੱਗੇ ਜਾਓ ਭਾਈ, ਜਾ ਕੇ ਉਸ ਜਗ੍ਹਾ ਨੂੰ ਪ੍ਰਗਟ ਕਰੋ। ਭਾਈ ਜੇਠਾ ਜੀਆਂ ਨੇ ਫਿਰ ਉੱਥੇ ਟਕ ਲਾ ਕੇ ਨਗਰ ਦੀ ਔਰ ਸਥਾਨ ਦੀ ਪ੍ਰਰੰਭਤਾ ਕਰਾਈ। ਗੁਰੂ ਰਾਮਦਾਸ ਮਹਾਰਾਜ ਜੀ ਬਣ ਕੇ ਪ੍ਰਗਟ ਹੋਏ। ਮਹਾਰਾਜ ਕਹਿਣ ਲੱਗੇ ਅੰਮ੍ਰਿਤਸਰ ਨਗਰੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਹੈ। ਅਬਚਲ ਨਗਰ ਗੋਬਿੰਦ ਗੁਰੂ ਕਾ, ਜੋ ਗੋਬਿੰਦ ਪਰਮਾਤਮਾ ਹੈ ਉਹਦਾ ਸਰੂਪ ਜੋ ਗੁਰੂ ਰਾਮਦਾਸ ਮਹਾਰਾਜ ਜੀ ਹਨ, ਇਹ ਅੰਮ੍ਰਿਤਸਰ ਨਗਰ ਉਹਨਾਂ ਦਾ ਹੈ ਭਾਈ। ਤੇ ਮਹਾਰਾਜ ਕਹਿਣ ਲੱਗੇ ਨਾਮ ਜਪਤ ਸੁਖ ਪਾਇਆ ਰਾਮ। ਇੱਥੇ ਨਾਮ ਜਪ ਕੇ ਸੁਖ ਪ੍ਰਾਪਤ ਹੁੰਦਾ ਹੈ। ਜਿਹੜੇ ਨਾਮ ਜਪਣਗੇ ਉਹਨਾਂ ਨੂੰ ਸੁਖ ਮਿਲੇਗਾ। ਇਹ ਮਹਾਰਾਜ ਤਾਂ ਬਖਸ਼ਿਸ਼ ਕਰਦੇ। ਫਿਰ ਫਰਮਾਉਂਦੇ ਹਨ ਅਬਚਲ ਨਗਰ ਗੋਬਿੰਦ ਗੁਰੂ ਕਾ। ਸਤਿਗੁਰੂ ਪਾਤਸ਼ਾਹ ਕਹਿ ਲੰਗੇ ਜੋ ਗੋਬਿੰਦ ਪਰਮਾਤਮਾ ਹੈ, ਗੁਰ ਕਹੀਏ ਪੂਜਨੀਕ ਹੈ। ਜੋ ਪਰਮਾਤਮਾ ਪੂਜਨੀਕ ਹੈ ਨਾ ਭਾਈ, ਉਸ ਦਾ ਨਗਰ ਇਹ ਜੋ ਸਤ ਸੰਗਤ ਹੈ ਜਿਹਦੇ ਵਿੱਚ ਤੁਸੀਂ ਆ ਕੇ ਬੈਠੇ ਹੋ। ਕਹਿਣ ਲੱਗੇ ਅਕਾਲ ਪੁਰਖ ਦਾ ਨਗਰ ਕੀ ਹੈ? ਸਤ ਸੰਗਤ। ਇਹ ਵੀ ਭਾਈ ਨਾਸ ਤੋਂ ਰਹਿਤ ਹੈ। ਅਬਚਲ ਤੋਂ ਭਾਵ ਹੁੰਦਾ ਨਾਸ ਤੋਂ ਰਹਿਤ, ਜਿਹਦਾ ਕਦੇ ਨਾਸ ਨਾ ਹੋਵੇ, ਜਿਹੜਾ ਕਦੇ ਚਲਾਏਮਾਨ ਨਾ ਹੋਵੇ। ਨਾ ਸ੍ਰੀ ਹਰਿਮੰਦਰ ਸਾਹਿਬ ਚਲਾਏਮਾਨ ਹੋ ਸਕਦਾ ਹੈ, ਨਾ ਇਹ ਸੰਗਤ ਚਲਾਏਮਾਨ ਹੋ ਸਕਦੀ ਹੈ। ਇਹ ਸਤ ਸੰਗਤ ਵੀ ਸਦਾ ਹੀ, ਜਿੰਨਾ ਚਿਰ ਦੁਨੀਆ ਰਹੇਗੀ ਉਹਨਾਂ ਚਿਰ ਸਤ ਸੰਗਤ ਹੁੰਦੀ ਰਹਿਣੀ ਹੈ। ਮਹਾਰਾਜ ਕਹਿਣ ਲੱਗੇ ਅਬਚਲ ਨਗਰ ਗੋਬਿੰਦ ਗੁਰੂ ਕਾ। ਗੋਬਿੰਦ ਨਾਮ ਪਰਮਾਤਮਾ ਦਾ, ਤੇ ਗੁਰਮੁਖੋ ਗੁਰ ਨਾਮ ਹੈ ਪੂਜਨੀਕ ਦਾ। ਜੋ ਪਰਮਾਤਮਾ ਪੂਜਨੀਕ ਹੈ ਉਸ ਦਾ ਜਿਹੜਾ ਇਹ ਨਗਰ ਸਤ ਸੰਗਤ ਹੈ, ਇਹ ਸਤ ਸੰਗਤ ਰੂਪੀ ਨਗਰ ਵੀ ਅਬਚਲ ਹੈ। ਇਹਦਾ ਕਦੇ ਨਾਸ ਨਹੀਂ ਹੋਵੇਗਾ, ਚਲਾਏਮਾਨ ਨਹੀਂ ਹੋਵੇਗਾ। ਨਾਮ ਜਪਤ ਸੁਖ ਪਾਇਆ ਰਾਮ। ਜਿਹੜੇ ਇਹ ਸੰਗਤ ਵਿੱਚ ਬੈਠ ਕੇ ਨਾਮ ਜਪਣਗੇ ਉਹਨਾਂ ਨੂੰ ਸੁਖ ਪ੍ਰਾਪਤ ਹੋਵੇਗਾ। ਜਿਨ੍ਹਾਂ ਨੇ ਪਹਿਲਾਂ ਵੀ ਨਾਮ ਜਪਿਆ ਨਾ ਸੰਗਤ ਵਿੱਚ ਬੈਠ ਕੇ, ਉਹਨਾਂ ਨੂੰ ਵੀ ਸੁਖ ਮਿਲਿਆ ਹੈ। ਜਿਹੜੇ ਅੱਗੇ ਆਉਣ ਵਾਲੇ ਸਮੇਂ ਵਿੱਚ ਸੰਗਤ ਵਿੱਚ ਬੈਠ ਕੇ ਨਾਮ ਨੂੰ ਜਪਣਗੇ ਉਹਨਾਂ ਨੂੰ ਸੁਖ ਹੀ ਪ੍ਰਾਪਤ ਹੋਵੇਗਾ। ਇਹ ਮਹਾਰਾਜ ਐਸੀ ਸੰਗਤ ਦੀ ਮਹਿਮਾ ਬਖਸ਼ਦੇ ਹਨ। ਫਿਰ ਫਰਮਾਉਂਦੇ ਹਨ ਅਬਚਲ ਨਗਰ ਗੋਬਿੰਦ ਗੁਰੂ ਕਾ। ਤੀਸਰਾ ਅਰਥ ਸਾਨੂੰ ਤੀਜਾ ਅਰਥ ਇਹ ਬਖਸ਼ਿਸ਼ ਕੀਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ। ਜਦੋਂ ਦੀਨ ਦੁਨੀਆ ਨੂੰ ਤਾਰਦੇ ਹੋਏ ਹਜ਼ੂਰ ਸਾਹਿਬ ਦੀ ਧਰਤੀ ਤੇ ਪਹੁੰਚੇ ਨਾ,
ਮਹਾਰਾਜ ਜੀ ਨਗੀਨਾ ਘਾਟ ਵਾਲੇ ਸਥਾਨ ਤੇ ਬੈਠੇ ਹੋਏ, ਉੱਥੇ ਬਚਨ ਬਿਲਾਸ ਮਹਾਰਾਜ ਨੇ ਕੀਤਾ। ਕਹਿਣ ਲੱਗੇ, ਗੁਰਮੁਖੋ ਇਹ ਸਾਡਾ ਸਤਜੁਗ ਤਪ ਸਥਾਨ ਹੈ। ਸਿੱਖਾਂ ਨੇ ਪੁੱਛਿਆ, ਮਹਾਰਾਜ ਕਿੱਥੇ ਆਪ ਜੀ ਪ੍ਰਗਟ ਕਰੋ। ਨਗੀਨਾ ਘਾਟ ਗੁਰਦੁਆਰਾ ਲੰਗਰ ਸਾਹਿਬ ਆਪਾਂ ਜਾਂਦੇ ਨਾ, ਕਾਰ ਸੇਵਾ ਵਾਲੇ ਮਹਾਂਪੁਰਖ, ਉਹਦੇ ਨਾਲ ਹੀ ਗੋਦਾਵਰੀ ਦੇ ਕੰਢੇ ਤੇ ਨਗੀਨਾ ਘਾਟ ਗੁਰੂ ਘਰ ਬਣਿਆ ਹੋਇਆ। ਮਹਾਰਾਜ ਇੱਥੇ ਬੈਠੇ ਹੋਏ ਸਨ। ਇੱਥੋਂ ਮਹਾਰਾਜ ਨੇ ਤੀਰ ਚਲਾਇਆ, ਤੇ ਜਿੱਥੇ ਅੱਜ ਕੱਲ੍ਹ ਸੱਚਖੰਡ ਹਜ਼ੂਰ ਸਾਹਿਬ ਹੈ ਨਾ, ਇੱਥੇ ਤੀਰ ਮਹਾਰਾਜ ਜੀ ਦਾ ਆ ਕੇ ਪ੍ਰਾਪਤ ਹੋਇਆ। ਮਹਾਰਾਜ ਕਹਿਣ ਲੱਗੇ, ਇਹ ਸਾਡਾ ਸਥਾਨ ਸਤਜੁਗ ਦਾ ਹੈ। ਅਸੀਂ ਇਸ ਜਗ੍ਹਾ ਦੇ ਉੱਪਰ ਸਤਜੁਗ ਦੇ ਵਿੱਚ ਬੰਦਗੀ ਕੀਤੀ ਹੈ। ਮਹਾਰਾਜ ਕਹਿਣ ਲੱਗੇ, ਸਾਡਾ ਸਥਾਨ ਹੈ। ਸਿੱਖਾਂ ਨੇ ਉਹਦੀ ਸੇਵਾ ਸੰਭਾਲ ਲਈ। ਕਹਿੰਦੇ ਵੀ ਇਸ ਜਗ੍ਹਾ ਦੇ ਉੱਪਰ ਮੁਸਲਮਾਨਾਂ ਨੇ ਇੱਕ ਮਸੀਤ ਬਣਾਈ ਹੋਈ ਹੈ। ਉਹਨਾਂ ਨੇ ਦਾਅਵਾ ਕਰ ਦਿੱਤਾ ਵੀ ਇਹ ਮਸੀਤ ਸਾਡੀ ਹੈ, ਔਰ ਰਾਜ ਵੀ ਗੁਰਮੁਖੋ ਮੁਸਲਮਾਨ ਦਾ ਹੀ ਹੈ। ਬਹਾਦਰ ਸ਼ਾਹ ਬਾਦਸ਼ਾਹ ਸੀ ਉਸ ਵੇਲੇ। ਇਹਨਾਂ ਸਾਰਿਆਂ ਨੇ ਬਹਾਦਰ ਸ਼ਾਹ ਦੇ ਕੋਲ ਫਰਿਆਦ ਕੀਤੀ, ਬਾਦਸ਼ਾਹ ਤੁਸੀਂ ਵੀ ਮੁਸਲਮਾਨ ਹੋ, ਤੁਹਾਡੇ ਹੁੰਦਿਆਂ ਮਸੀਤ ਢਾਹ ਕੇ ਇਹ 'ਤੇ ਕਬਜ਼ਾ ਹੋ ਜਾਵੇ, ਇਹ ਗੱਲ ਠੀਕ ਨਹੀਂ ਹੈ। ਬਾਦਸ਼ਾਹ ਸੋਚਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਝੂਠ ਨਹੀਂ ਬੋਲ ਸਕਦੇ, ਔਰ ਇਹ ਵੀ ਲੋਕ ਠੀਕ ਕਹਿ ਰਹੇ ਨੇ, ਮਸੀਤ ਵਾਕਿਆ ਹੀ ਬਣੀ ਹੋਈ ਹੈ। ਉਸ ਵੇਲੇ ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਆਪ ਜੀ ਕਿਰਪਾ ਕਰਕੇ ਇਹਦਾ ਨਿਤਾਰਾ ਕਰੋ। ਸਤਿਗੁਰੂ ਕਹਿਣ ਲੱਗੇ, ਭਾਈ ਥੋੜ੍ਹੀ ਜਿਹੀ ਮਿੱਟੀ ਉੱਥੋਂ ਖੋਦੀ ਜਾਵੇ, ਪੱਟੀ ਜਾਵੇ। ਮਿੱਟੀ ਖੋਦੀ ਹੈ, ਥੱਲਿਓ ਮਹਾਰਾਜ ਦੀਆਂ ਕੁਝ ਨਿਸ਼ਾਨੀਆਂ ਜਿਹੜੀਆਂ ਰੱਖੀਆਂ ਸਨ ਕਿਤੇ ਪਹਿਲੇ ਸਮੇਂ ਵਿੱਚ, ਉਹ ਮਹਾਰਾਜ ਨੇ ਪ੍ਰਗਟ ਕਰਕੇ ਵਿਖਾਈਆਂ। ਕਹਿਣ ਲੱਗੇ, ਭਾਈ ਇਹ ਅਸੀਂ ਇੱਥੇ ਬੈਠ ਕੇ ਤਪ ਕਰਦੇ ਰਹੇ ਹਾਂ, ਇਹ ਸਾਡਾ ਤਪ ਸਥਾਨ ਹੈ। ਫਿਰ ਉੱਥੇ ਹੀ ਮਹਾਰਾਜ ਜੀਆਂ ਦੇ 5 ਭੌਤਿਕ ਸਰੀਰ ਦਾ ਅੰਤਮ ਸੰਸਕਾਰ ਵੀ ਕੀਤਾ ਗਿਆ। ਥੜਾ ਸਾਹਿਬ ਸੱਚਖੰਡ ਦੇ ਅੰਦਰ ਬਣਿਆ ਹੋਇਆ ਹੈ, ਜਿੱਥੇ ਆਪਾਂ ਨਮਸਕਾਰ ਕਰਦੇ ਹਾਂ। ਮਹਾਰਾਜ ਕਹਿਣ ਲੱਗੇ, ਅਬਚਲ ਨਗਰ ਗੋਬਿੰਦ ਗੁਰੂ ਕਾ, ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਹਨ, ਉਹਨਾਂ ਦਾ ਨਗਰ ਜੋ ਹਜ਼ੂਰ ਸਾਹਿਬ ਹੈ। ਕਹਿਣ ਲੱਗੇ ਵੀ ਭਾਈ ਅਬਚਲ ਨਗਰੀ ਹੈ। ਸਤਿਯੁਗ ਤੋਂ ਮਹਾਰਾਜ ਬੈਠ ਕੇ ਇੱਥੇ ਬੰਦਗੀ ਕਰਦੇ, ਅਤੇ ਕਲਯੁਗ ਦੇ ਵਿੱਚ ਮਹਾਰਾਜ ਨੇ ਸਰੀਰ ਛੱਡ ਕੇ ਉਸ ਨੂੰ ਸੱਚਖੰਡ ਦੀ ਦਾਤ ਵਾਲੀ ਜਗ੍ਹਾ ਬਖਸ਼ਿਸ਼ ਮਹਾਰਾਜ ਜੀਆਂ ਨੇ ਕਰ ਦਿੱਤੀ ਹੈ। ਜਦੋਂ ਮਹਾਰਾਜ ਸਾਹਿਬ ਜੀਆਂ ਨੇ ਉੱਥੇ ਹੁਕਮਨਾਮਾ ਲੈਣ ਵਾਸਤੇ ਬਚਨ ਕੀਤਾ ਨਾ, 10ਵੇਂ ਪਾਤਸ਼ਾਹ ਨੇ ਹੁਕਮਨਾਮਾ ਸਾਹਿਬ ਵੀ ਇਹ ਪ੍ਰਾਪਤ ਹੋਇਆ, ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ। ਇਹ ਜੋ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਹੈ, ਜੋ ਸਥਾਨ ਹੈ, ਇਸ ਨੂੰ ਅਬਚਲ ਨਗਰ ਕਿਹਾ ਜਾਂਦਾ ਹੈ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦਾ ਇਹ ਪਵਿੱਤਰ ਸਥਾਨ ਹੈ। ਜਿਹੜੇ ਇੱਥੇ ਨਾਮ ਜਪਣਗੇ ਭਾਈ ਉਹ ਸੁਖ ਪਾਉਣਗੇ। ਅਬਚਲ ਤੋਂ ਭਾਵ ਹੁੰਦਾ ਗੁਰਮੁਖੋ ਜਿਹੜਾ ਚਲਾਏਮਾਨ ਨਾ ਹੋਵੇ, ਜਿਹੜਾ ਚੱਲਣ ਵਾਲਾ ਮੁੱਕਣ ਵਾਲਾ ਨਾ ਹੋਵੇ, ਉਸ ਨੂੰ ਅਬਚਲ ਆਖਿਆ ਜਾਂਦਾ ਹੈ। ਸੋ ਐਸਾ ਸਥਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਹਜ਼ੂਰ ਸਾਹਿਬ ਸੱਚਖੰਡ। ਕਹਿਣ ਲੱਗੇ, ਭਾਈ ਉੱਥੇ ਵੀ ਨਾਮ ਜਪ ਕੇ ਸੁੱਖ ਹੀ ਸੁੱਖ ਮਿਲਦਾ ਹੈ। ਹੁਣ ਜਦੋਂ ਆਪਾਂ ਯਾਤਰਾ ਕਰਨ ਵਾਸਤੇ ਜਾਂਦੇ ਹਾਂ, ਕਿੰਨਾ ਜਾ ਕੇ ਉੱਥੇ ਮਨ ਲੱਗ ਜਾਂਦਾ ਹੈ, ਜੀ ਨਹੀਂ ਕਰਦਾ ਉੱਥੋਂ ਆਉਣ ਨੂੰ। ਮਨ ਵਿੱਚ ਵਿਚਾਰ ਹੁੰਦੀ ਹੈ, ਹੋਰ ਇੱਥੇ ਸਮਾਂ ਰਹਿ ਕੇ ਇੱਥੋਂ ਦੇ ਆਨੰਦ ਜਿਹੜੇ ਨੇ ਉਹ ਮਾਣੇ ਜਾਣ। ਐਸੀ ਦਾਤ ਮਹਾਰਾਜ ਬਖਸ਼ਿਸ਼ ਕਰਦੇ ਹਨ। ਮਨ ਇੱਛੇ ਸਈ ਫਲ ਪਾਏ। ਸ੍ਰੀ ਅੰਮ੍ਰਿਤਸਰ ਦੇ ਵਿੱਚ ਜੋ ਵੀ ਮਨ ਇੱਛਤ ਫਲ ਚਾਹੋਗੇ ਉਹ ਪ੍ਰਾਪਤ ਹੋਵੇਗਾ। ਸ੍ਰੀ ਅੰਮ੍ਰਿਤਸਰ ਦੀ ਧਰਤੀ ਨੂੰ ਵਾਰਿਆ ਮਹਾਰਾਜ ਜੀਆਂ ਦਾ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ, ਉਹਦੇ ਵਰਗਾ ਕੋਈ ਦੂਜੀ ਜਗ੍ਹਾ ਨਹੀਂ ਹੈ। ਜਿਹੜੀ ਵੀ ਇੱਛਾ ਰੱਖ ਕੇ ਫਲ ਉੱਥੇ ਆਪਾਂ ਨਮਸਕਾਰ ਕਰਾਂਗੇ, ਉਹ ਇੱਛਾ ਪ੍ਰਾਪਤ ਹੁੰਦੀ ਹੈ। ਕਿਉਂਕਿ ਕਰਤੇ ਅਕਾਲ ਪੁਰਖ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਰੂਪ ਦੇ ਵਿੱਚ ਹੋ ਕੇ ਆਪ ਉਸ ਨਗਰ ਨੂੰ ਵਸਾਇਆ ਹੈ। ਤੇ ਜਿਸ ਨਗਰ ਨੂੰ ਗੁਰੂ ਰਾਮਦਾਸ ਪਾਤਸ਼ਾਹ ਵਸਾ ਦੇਣ, ਉੱਥੇ ਫਿਰ ਇਸ ਤਰ੍ਹਾਂ ਦੀ ਤੇ ਕੋਈ ਵਸਤੂ ਹੈ ਨਹੀਂ ਵੀ ਜਿਹੜੀ ਨਾ ਪ੍ਰਾਪਤ ਹੋਵੇ। ਫਿਰ ਬਖਸ਼ਿਸ਼ ਕਰਦੇ ਹਨ। ਮਨ ਇੱਛੇ ਸਈ ਫਲ ਪਾਏ। ਮਹਾਰਾਜ ਕਹਿਣ ਲੱਗੇ, ਇਹ ਸਤ ਸੰਗਤ ਜਿਹੜੀ ਹੈ, ਜਿਸ ਵਿੱਚ ਆ ਕੇ ਬੈਠੇ ਹੋ ਨਾ ਭਾਈ, ਇਸ ਸੰਗਤ ਵਿੱਚ ਵੀ ਮਨ ਇੱਛਤ ਫਲ ਪ੍ਰਾਪਤ ਹੁੰਦੇ ਹਨ। ਕਰਤੇ ਆਪ ਵਸਾਇਆ ਰਾਮ। ਕਿਉਂਕਿ ਕਰਤੇ ਅਕਾਲ ਪੁਰਖ ਨੇ ਸਤ ਸੰਗਤ ਰੂਪੀ ਨਗਰ ਆਪੇ ਵਸਾਇਆ ਹੋਇਆ ਹੈ। ਕਰਤੇ ਆਪ ਵਸਾਇਆ ਸਰਬ ਸੁਖ ਪਾਇਆ। ਕਰਤੇ ਅਕਾਲ ਪੁਰਖ ਨੇ ਗੁਰੂ ਰਾਮਦਾਸ ਮਹਾਰਾਜ ਦਾ ਰੂਪ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਵਸਾਇਆ ਹੈ।
ਜਿੱਥੇ ਬੈਠ ਕੇ ਸਾਰੇ ਸੁਖ ਮਿਲਦੇ ਹਨ। ਪੁੱਤ ਭਾਈ ਸਿੱਖ ਬਿਗਾਸੇ। ਸਤਿਗੁਰੂ ਕਹਿਣ ਲੱਗੇ ਇਸ ਜਗ੍ਹਾ ਦੇ ਉੱਪਰ ਜੋ ਸਾਡੇ ਪੁੱਤਰ ਹਨ ਉਹ ਇੱਥੇ ਬੜੇ ਪ੍ਰਸੰਨ ਹੁੰਦੇ, ਖੁਸ਼ ਹੁੰਦੇ। ਇਸੇ ਤਰ੍ਹਾਂ ਭਾਈ ਜੋ ਸਾਡੇ ਭਰਾਤਾ ਹਨ ਉਹ ਵੀ ਖੁਸ਼ ਹੁੰਦੇ, ਔਰ ਇਸੇ ਤਰ੍ਹਾਂ ਜਿਹੜੇ ਸਿੱਖ ਨੇ ਉਹ ਵੀ ਖੁਸ਼ ਹਨ। ਪੁੱਤਰ ਭਾਈ ਤੇ ਸਿੱਖ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਤੇ ਬੈਠ ਕੇ ਖੁਸ਼ ਹੁੰਦੇ, ਪ੍ਰਸੰਨ ਹੁੰਦੇ, ਕਿਉਂਕਿ ਉੱਥੋਂ ਦਾਤਾਂ ਮਿਲਦੀਆਂ ਹਨ, ਫਿਰ ਬਖਸ਼ਿਸ਼ ਕਰਦੇ ਹਨ। ਕਰਤੇ ਆਪ ਵਸਾਇਆ ਸਰਬ ਸੁਖ ਪਾਇਆ। ਪੁੱਤ ਭਾਈ ਸਿੱਖ ਬਿਗਾਸੇ। ਸਤਿਗੁਰੂ ਕਹਿਣ ਲੱਗੇ ਕਰਤੇ ਅਕਾਲ ਪੁਰਖ ਨੇ ਇਹ ਸਤ ਸੰਗਤ ਰੂਪੀ ਨਗਰ ਵਸਾਇਆ ਹੈ। ਇਸ ਸਤ ਸੰਗਤ ਵਿੱਚ ਬੈਠ ਕੇ ਗੁਰਮੁਖੋ ਸਾਰੇ ਹੀ ਸੁਖ ਪ੍ਰਾਪਤ ਹੁੰਦੇ। ਪੁੱਤ ਤੋਂ ਭਾਵ ਹੈ ਪਵਿੱਤਰ, ਅਤੇ ਇਸੇ ਤਰ੍ਹਾਂ ਗੁਰਮੁਖੋ ਭਾਈ ਤੋਂ ਭਾਵ ਹੈ ਪ੍ਰੇਮ। ਜਿਹੜੇ ਪਵਿੱਤਰ ਆਤਮਾ ਵਾਲੇ ਪ੍ਰੇਮੀ ਸਿੱਖ ਹਨ ਉਹ ਬਿਗਾਸੇ, ਉਹ ਸੰਗਤ ਵਿੱਚ ਆ ਕੇ ਖੁਸ਼ ਹੋ ਜਾਂਦੇ। ਪੁੱਤ ਤੋਂ ਭਾਵ ਲੈ ਲੈਣਾ ਪਵਿੱਤਰ, ਅਤੇ ਭਾਈ ਤੋਂ ਭਾਵ ਲੈ ਲੈਣਾ ਭਾਵਨਾ, ਪ੍ਰੇਮ। ਜਿਹੜੇ ਪਵਿੱਤਰ ਆਤਮਾ ਵਾਲੇ ਪ੍ਰੇਮੀ ਹਨ, ਐਸੇ ਮਹਾਰਾਜ ਦੇ ਜਿਹੜੇ ਸਿੱਖ ਹਨ ਉਹ ਸਤ ਸੰਗਤ ਵਿੱਚ ਆ ਕੇ ਖੁਸ਼ ਹੋ ਜਾਂਦੇ, ਪ੍ਰਸੰਨ ਹੋ ਜਾਂਦੇ। ਐਸੀਆਂ ਸਤ ਸੰਗਤ ਦੀਆਂ ਦਾਤਾਂ ਹਨ। ਗੁਣ ਗਾਵਹਿ ਪੂਰਨ ਪਰਮੇਸ਼ਰ। ਜੋ ਪੂਰਨ ਪਰਮੇਸ਼ਰ ਨਿਰੰਕਾਰ ਦੇ ਗੁਣ ਗਾਉਂਦੇ ਹਨ, ਬਾਣੀ ਪੜ੍ਹਦੇ ਹਨ, ਕਾਰਜ ਆਇਆ ਰਾਸੇ। ਉਹਨਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ। ਇਸ ਤਰ੍ਹਾਂ ਦਾ ਕਾਰਜ ਕੋਈ ਨਹੀਂ ਹੈ ਵੀ ਜਿਹੜਾ ਪੂਰਾ ਨਹੀਂ ਹੋਵੇਗਾ। ਜਿਹੜੇ ਪਰਮਾਤਮਾ ਦਾ ਨਾਮ ਜਪਣਗੇ ਨਾ ਹੋਣ ਵਾਲਾ ਕੰਮ ਵੀ ਹੋ ਜਾਏਗਾ। ਐਸੀ ਦਾਤ ਹੈ ਇਹ ਨਾਮ ਜਪਣ ਦੀ। ਮਹਾਰਾਜ ਕਹਿਣ ਲੱਗੇ ਉਹ ਨਾਮ ਜਪਣ ਵਾਲਿਆਂ ਦੇ ਕਾਰਜ ਪਰਮਾਤਮਾ ਸਗੋਂ ਆਪ ਕਰ ਦਿੰਦਾ ਹੈ। ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਨ ਆਇਆ ਰਾਮ। ਜੇ ਕੰਮ ਆਪ ਨੂੰ ਵੀ ਕਰਨਾ ਪਵੇ ਤੇ ਆਪ ਵੀ ਆ ਕੇ ਉਹ ਕਰ ਦਿੰਦਾ ਹੈ। ਐਸੀਆਂ ਦਾਤਾਂ ਬਖਸ਼ਦੇ ਹਨ। ਪ੍ਰਭ ਆਪ ਸੁਆਮੀ ਆਪੇ ਰੱਖਾ। ਉਹ ਪਰਮਾਤਮਾ ਆਪ ਹੀ ਸੁਆਮੀ ਕਹੀਏ, ਮਾਲਕ ਹੈ। ਆਪ ਹੀ ਰੱਖਾ ਕਹੀਏ, ਰਾਖੀ ਕਰਨ ਵਾਲਾ, ਰੱਖਿਆ ਕਰਨ ਵਾਲਾ ਹੈ। ਆਪ ਪਿਤਾ ਆਪ ਮਾਇਆ। ਉਹ ਪਰਮਾਤਮਾ ਆਪ ਹੀ ਮਾਤਾ ਪਿਤਾ ਰੂਪ ਹੈ। ਮਾਤਾ ਪਿਤਾ ਰੂਪ ਹੋ ਕੇ ਆਪ ਹੀ ਇਹਨਾਂ ਜੀਵਾਂ ਦੀ ਉਹ ਪਾਲਣਾ ਕਰਦਾ ਹੈ। ਐਸੀਆਂ ਦਾਤਾਂ ਬਖਸ਼ਿਸ਼ ਕਰਦਾ ਹੈ। ਫਿਰ ਮਹਾਰਾਜ ਫਰਮਾਉਂਦੇ ਹਨ, ਪ੍ਰਭ ਆਪ ਸੁਆਮੀ ਆਪੇ ਰੱਖਾ। ਗੁਰਮੁਖੋ ਉਹ ਪਰਮਾਤਮਾ ਇਸ ਸਤ ਸੰਗਤ ਦਾ ਆਪ ਸੁਆਮੀ ਹੈ, ਮਾਲਕ ਹੈ, ਔਰ ਸਤ ਸੰਗਤ ਦੀ ਰਾਖੀ ਕਰਨ ਵਾਲਾ ਵੀ ਉਹ ਆਪ ਹੈ। ਆਪ ਪਿਤਾ ਆਪ ਮਾਇਆ। ਉਹ ਆਪ ਹੀ ਪਿਤਾ ਰੂਪ ਹੋ ਕੇ ਪਾਲਦਾ ਹੈ ਤੇ ਆਪ ਹੀ ਮਾਤਾ ਰੂਪ ਹੋ ਕੇ ਵਿਸ਼ਿਆਂ ਦੀ ਅੱਗ ਤੋਂ ਬਚਾ ਕੇ ਵੀ ਰੱਖਦਾ ਹੈ। ਜਿਵੇਂ ਮਾਤਾ ਆਪਣੇ ਪੁੱਤਰ ਨੂੰ ਮਾੜੇ ਚੰਗੇ ਸੁੱਖ ਤੋਂ ਦੁੱਖ ਤੋਂ ਬਚਾ ਕੇ ਰੱਖਦੀ ਹੈ ਨਾ, ਹਰ ਵੇਲੇ ਆਪਣੀਆਂ ਨਿਗਰਾਨੀ ਦੇ ਵਿੱਚ ਰੱਖਦੀ ਹੈ, ਆਪਣੇ ਧਿਆਨ ਵਿੱਚ ਰੱਖਦੀ ਹੈ, ਆਪਣੇ ਪੁੱਤ ਨੂੰ ਸਾਰੇ ਸੁੱਖ ਦਿੰਦੀ ਹੈ। ਕਹਿਣ ਲੱਗੇ ਇਸੇ ਤਰ੍ਹਾਂ ਭਾਈ ਸਤਿਗੁਰੂ ਮਾਤਾ ਪਿਤਾ ਹਨ, ਆਪਣੇ ਸਿੱਖ ਨੂੰ ਵਿਸ਼ਿਆਂ ਦੀ ਅੱਗ ਤੋਂ ਬਚਾ ਕੇ ਰੱਖਦੇ। ਐਸੀਆਂ ਦਾਤਾਂ ਬਖਸ਼ਦੇ ਹਨ। ਕਹੋ ਨਾਨਕ ਸਤਿਗੁਰ ਬਲਿਹਾਰੀ। ਸਤਿਗੁਰੂ ਜੀ ਦੇ ਉੱਪਰੋਂ ਬਲਿਹਾਰ ਜਾਣਾ, ਕੁਰਬਾਨ ਜਾਣਾ ਕਰੀਏ। ਇਹੋ ਥਾਨ ਸੁਹਾਇਆ। ਜਿਸ ਗੁਰੂ ਨੇ ਰਹਿਮਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਰੂਪੀ ਥਾਨ ਸੁਭਾਏਮਾਨ ਕੀਤਾ ਹੈ, ਸ਼ੋਭਨੀ ਕੀਤਾ ਹੈ, ਐਸੇ ਗੁਰੂ ਤੋਂ ਬਲਿਹਾਰ ਜਾਣਾ ਕਰੀਏ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਐਸੇ ਗੁਰੂ ਤੋਂ ਬਲਿਹਾਰ ਜਾਈਏ ਜਿਸ ਗੁਰੂ ਦੀ ਕਿਰਪਾ ਦੇ ਨਾਲ ਇਹ ਸਤ ਸੰਗਤ ਰੂਪ ਜਿਹੜਾ ਇਹ ਸਥਾਨ ਹੈ ਇਹ ਸ਼ੋਭਨੀਕ ਬਣਿਆ ਹੈ। ਐਸੀ ਪਰਮਾਤਮਾ ਦੀ ਦਾਤ ਹੈ। ਘਰ ਮੰਦਰ ਹਟ ਨਾਲੇ ਸੋਹੇ। ਮਹਾਰਾਜ ਕਹਿਣ ਲੱਗੇ ਘਰ ਤੋਂ ਭਾਵ ਹੁੰਦਾ ਗੁਰਮੁਖੋ ਕੱਚਾ ਘਰ। ਕੱਚੇ ਮਕਾਨ ਨੂੰ ਆਖਿਆ ਘਰ, ਅਤੇ ਮੰਦਰ ਕਿਹਾ ਜਾਂਦਾ ਪੱਕੇ ਘਰ ਨੂੰ। ਭਾਵੇਂ ਕੱਚਾ ਘਰ ਹੈ ਭਾਵੇਂ ਪੱਕਾ ਘਰ ਹੈ। ਅਤੇ ਹਟਨਾਲੇ ਤੋਂ ਭਾਵ ਜਿੰਨੀਆਂ ਵੀ ਹਟੀਆਂ ਵਾਲੇ ਬਾਜ਼ਾਰ ਹਨ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਨਾਂ ਸਾਰਿਆਂ ਦੇ ਵਿੱਚ ਹੀ ਨਾਮ ਦਾ ਨਿਵਾਸ ਹੋ ਰਿਹਾ ਹੈ। ਇਹ ਸਾਰੇ ਨਾਮ ਦੇ ਵਿੱਚ ਹੀ ਨਿਵਾਸ ਕਰ ਰਹੇ ਹਨ। ਭਾਵੇਂ ਕੱਚੇ ਘਰ ਹਨ ਭਾਵੇਂ ਪੱਕੇ ਘਰ ਹਨ, ਸਾਰਿਆਂ ਦੇ ਵਿੱਚ ਉਹ ਰਾਮ ਜਿਹੜਾ ਹੈ ਪਰਮਾਤਮਾ ਉਹ ਆਪ ਸਮਾਇਆ ਹੋਇਆ ਹੈ। ਫਿਰ ਬਖਸ਼ਿਸ਼ ਕਰਦੇ ਹਨ। ਘਰ ਮੰਦਰ ਹਟ ਨਾਲੇ ਸੋਹੇ। ਗੁਰਮੁਖੋ ਘਰ ਕਹਿੰਦੇ ਨੇ ਜਿਹੜਾ ਇੱਕ ਮੰਜ਼ਲਾ ਹੋਵੇ, ਸਿੰਗਲ, ਜਿਹਨੂੰ ਆਪਾਂ ਸਟੋਰੀ ਕਹਿ ਦਿੰਦੇ ਹਾਂ, ਇੱਕੋ ਹੀ ਛੱਤ।
ਅਤੇ ਮੰਦਰ ਕਿਹਾ ਜਾਂਦਾ ਹੈ ਜਿਹਦੀਆਂ ਬਹੁਤੀਆਂ ਛੱਤਾਂ ਹੋਣ, ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ, ਚੁਬਾਰਾ ਕਹਿ ਦਿੰਦੇ, ਜਾਂ ਇਸੇ ਤਰ੍ਹਾਂ ਫਲੈਟ ਕਹਿ ਦਿੰਦੇ, ਇੱਕ ਦੂਜੇ ਦੇ ਉੱਪਰ ਤੋਂ ਉੱਪਰ ਬਣੇ ਹੋਏ। ਮਹਾਰਾਜ ਕਹਿਣ ਲੱਗੇ ਭਾਵੇਂ ਇੱਕੋ ਛੱਤਾ ਮਕਾਨ ਹੈ ਤੇ ਮੰਦਰ ਕਹੀਏ ਭਾਵੇਂ ਬਹੁਤ ਛੱਤਾ ਮਕਾਨ ਹੈ, ਬੜੀਆਂ ਉਹਦੀਆਂ ਮੰਜ਼ਲਾਂ ਬਿਲਡਿੰਗਾਂ ਬਣੀਆਂ ਹੋਈਆਂ, ਇਹਨਾਂ ਸਾਰਿਆਂ ਦੇ ਵਿੱਚ ਵੀ ਉਹ ਜਿਹੜਾ ਨਾਮ ਦੇ ਵਿੱਚ ਨਿਵਾਸ ਕਰਨ ਵਾਲਾ ਪਰਮਾਤਮਾ ਉਹ ਆਪ ਹੀ ਵਸਿਆ ਹੋਇਆ ਹੈ, ਆਪ ਹੀ ਸਮਾਇਆ ਹੋਇਆ ਹੈ। ਹਟ ਨਾਲੇ ਤੋਂ ਭਾਵ ਹੁੰਦਾ ਬਾਜ਼ਾਰ, ਹੱਟੀਆਂ, ਜਿੱਥੇ ਬਹੁਤੀਆਂ ਹੱਟੀਆਂ ਹੋਣ, ਬਹੁਤੀਆਂ ਦੁਕਾਨਾਂ ਹੋਣ, ਇਹਨਾਂ ਬਾਜ਼ਾਰਾਂ ਵਿੱਚ ਵੀ ਉਹ ਪਰਮਾਤਮਾ ਆਪ ਹੀ ਸਾਰਿਆਂ ਥਾਵਾਂ 'ਤੇ ਪਰਿਪੂਰਨ ਹੋ ਰਿਹਾ ਹੈ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਘਰ ਮੰਦਰ ਹਟ ਨਾਲੇ ਸੋਹੇ। ਗੁਰਮੁਖੋ ਘਰ ਨਾਮ ਹੈ ਸਰੀਰ ਦਾ, ਸਾਡੇ ਸਰੀਰ ਦੇ ਅੰਦਰ ਵੀ ਪਰਮਾਤਮਾ ਸੁਭਾਏਮਾਨ ਹੋ ਰਿਹਾ ਹੈ। ਅਤੇ ਮੰਦਰ ਕਹੀਏ ਜੋ ਸਾਡਾ ਅੰਤঃਕਰਨ ਹੈ, ਅੰਤঃਕਰਨ ਦੇ ਵਿੱਚ ਆਤਮਾ ਰੂਪ ਹੋ ਕਰਕੇ ਉਹ ਪਰਮਾਤਮਾ ਆਪ ਬੈਠਾ ਹੋਇਆ ਹੈ। ਹਟ ਨਾਲੇ ਤੋਂ ਭਾਵ ਇਹ ਜਿਹੜੀਆਂ ਸਾਡੇ ਸਰੀਰ ਦੀਆਂ ਹੱਟੀਆਂ ਨੇ, ਜਿਵੇਂ ਸਾਡੀਆਂ ਅੱਖਾਂ ਨੇ ਵੇਖਦੀਆਂ, ਕੰਨ ਸੁਣਦੇ, ਮੂੰਹ ਬੋਲਦਾ, ਇਹ ਜਿੰਨੀਆਂ ਸਰੀਰ ਦੀਆਂ ਇੰਦਰੀਆਂ ਨੇ ਗੁਰਮੁਖੋ ਇਹ ਵੀ ਹੱਟੀਆਂ ਹੀ ਹਨ। ਇਹ ਵੀ ਸਾਰੀਆਂ ਸੋਹੈ ਕਹੀਏ ਸ਼ੋਭਨੀਕ ਹੁੰਦੀਆਂ। ਕਿਉਂ ਹੁੰਦੀਆਂ? ਕਿਉਂਕਿ ਇਹਨਾਂ ਸਾਰਿਆਂ ਅੰਗਾਂ ਵਿੱਚ ਉਹ ਪਰਮਾਤਮਾ ਆਪ ਸਮਾਇਆ ਹੋਇਆ ਹੈ। ਇਸ ਵਿੱਚ ਨਾਮ ਨਿਵਾਸੀ ਰਾਮ। ਉਹ ਜਿਹੜਾ ਰਾਮ ਰਮਿਆ ਹੋਇਆ ਹੈ ਉਹਦੇ ਨਾਮ ਦਾ ਨਿਵਾਸ ਸਾਰੇ ਸਰੀਰਾਂ ਵਿੱਚ ਹੋ ਰਿਹਾ ਹੈ, ਸਾਰੀਆਂ ਜਗ੍ਹਾ ਤੇ ਹੋ ਰਿਹਾ ਹੈ। ਸੰਤ ਭਗਤ ਹਰ ਨਾਮ ਅਰਾਧਾ। ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ ਸੰਤ ਭਗਤ ਗੁਰਮੁਖ ਨਾਮ ਜਪਦੇ ਹਨ, ਬਾਣੀ ਪੜ੍ਹਦੇ ਹਨ, ਫਿਰ ਬਖਸ਼ਿਸ਼ ਕਰਦੇ ਹਨ। ਸੰਤ ਭਗਤ ਹਰ ਨਾਮ ਅਰਾਧੇ। ਇਹ ਜਿਹੜਾ ਸਤ ਸੰਗਤ ਹੈ ਜਿਹਦੇ ਵਿੱਚ ਆ ਕੇ ਤੁਸੀਂ ਬੈਠੇ ਹੋ, ਇਹ ਸਤ ਸੰਗਤ ਵਿੱਚ ਵੀ ਬੈਠ ਕੇ ਸੰਤ ਭਗਤ ਗੁਰਮੁਖ ਨਾਮ ਜਪਦੇ, ਬਾਣੀ ਪੜ੍ਹਦੇ, ਗੁਰੂ ਕੇ ਸੇ ਕੋਈ ਨਿਤਨੇਮ ਕਰਦਾ, ਕੋਈ ਸਿਮਰਨ ਕਰਦਾ ਹੈ, ਇਹ ਸਾਰੇ ਸੰਗਤ ਵਿੱਚ ਬੈਠਦੇ ਹਨ। ਕੱਟਿਆ ਜਮ ਕੀ ਫਾਂਸੀ ਰਾਮ। ਤੇ ਗੁਰਮੁਖੋ ਇਸ ਤਰ੍ਹਾਂ ਫਿਰ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ, ਜਮਾਂ ਦੀ ਫਾਂਸੀ ਫਿਰ ਰਹਿੰਦੀ ਨਹੀਂ ਹੈ। ਕਾਟੀ ਜਮ ਫਾਂਸੀ ਪ੍ਰਭ ਅਬਿਨਾਸੀ। ਉਹ ਪਰਮਾਤਮਾ ਭਾਈ ਅਬਿਨਾਸੀ, ਨਾਸ ਤੋਂ ਰਹਿਤ ਹੈ, ਉਹ ਪਰਮਾਤਮਾ ਫਿਰ ਬਖਸ਼ਿਸ਼ ਕਰਦਾ ਹੈ। ਹਰ ਨਾਮ ਧਿਆਏ। ਜਿਨ੍ਹਾਂ ਨੇ ਉਹਦੇ ਨਾਮ ਨੂੰ ਧਿਆਇਆ ਹੈ, ਜਿਨ੍ਹਾਂ ਨੇ ਉਹਦੇ ਨਾਮ ਨੂੰ ਜਪਿਆ ਹੈ, ਉਹਨਾਂ ਦੀਆਂ ਫਿਰ ਉਹ ਜਮਾਂ ਦੀਆਂ ਫਾਹੀਆਂ ਕੱਟ ਦਿੰਦਾ ਹੈ। ਇਹ ਜਿਹੜੀ ਜਮ ਦੀ ਫਾਹੀ ਹੈ ਨਾ ਉਹ ਕੱਟੀ ਜਾਂਦੀ। ਬਚਨ ਆਪਾਂ ਪੜ੍ਹਦੇ ਨਾ, ਟੂਟੀ ਜਮ ਕੀ ਫਾਂਸੀ। ਇਹ ਜਮਾਂ ਦੀ ਫਾਹੀ ਤਾਂ ਕੱਟੀ ਜਾਏਗੀ ਜੇ ਨਾਮ ਜਪਾਂਗੇ, ਜੇ ਨਾਮ ਨਹੀਂ ਜਪਾਂਗੇ ਫਿਰ ਫਾਹੀ ਨਹੀਂ ਕੱਟੀ ਜਾਣੀ ਹੈ। ਪਾਤਸ਼ਾਹ ਕਹਿਣ ਲੱਗੇ ਹਰ ਹਰ ਨਾਮ ਧਿਆਏ, ਜਿਨ੍ਹਾਂ ਨੇ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ, ਬਾਣੀ ਪੜ੍ਹੀ ਹੈ, ਉਹਨਾਂ ਦੀਆਂ ਜਮਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ। ਸਗਲ ਸਮਗਰੀ ਪੂਰਨ ਹੋਈ। ਇਸ ਅੰਮ੍ਰਿਤਸਰ ਦੇ ਵਿੱਚ ਸਾਰੀਆਂ ਸਮੱਗਰੀਆਂ, ਕੋਈ ਇਹੋ ਜਿਹੀ ਵਸਤੂ ਹੈ ਹੀ ਨਹੀਂ ਜਿਹੜੀ ਨਾ ਮਿਲੇ, ਸਾਰੀਆਂ ਵਸਤੂਆਂ ਮਿਲ ਜਾਂਦੀਆਂ। ਐਸਾ ਸੋਹਣਾ ਸ਼ਹਿਰ ਵਸਾਇਆ ਗੁਰੂ ਰਾਮਦਾਸ ਮਹਾਰਾਜ ਨੇ ਕਿ ਸਾਰੀਆਂ ਸਮੱਗਰੀਆਂ ਵਸਤੂਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਮਿਲ ਜਾਂਦੀਆਂ ਹਨ, ਫਿਰ ਬਖਸ਼ਦੇ ਹਨ। ਸਗਲ ਸਮਗਰੀ ਪੂਰਨ ਹੋਈ। ਗੁਰਮੁਖੋ ਇਹ ਜੋ ਸਤ ਸੰਗਤ ਹੈ ਨਾ, ਇੱਥੇ ਵੀ ਸਾਰੀਆਂ ਸਮੱਗਰੀਆਂ ਹੀ, ਜਿਨ੍ਹਾਂ ਨੇ ਜਪ ਤਪ ਭਜਨ ਬੰਦਗੀ ਰੂਪ ਸਮੱਗਰੀ ਸਾਰੀ ਇੱਥੋਂ ਮਿਲਦੀ ਹੈ। ਜਪ ਵੀ ਮਿਲੇਗਾ, ਤਪ ਵੀ ਮਿਲੇਗਾ, ਭਜਨ ਵੀ ਮਿਲੇਗਾ, ਸੇਵਾ ਵੀ ਮਿਲੇਗੀ, ਸਿਮਰਨ ਵੀ ਮਿਲੇਗਾ। ਇਹ ਸਤ ਸੰਗਤ ਰੂਪੀ ਜਿਹੜਾ ਬਾਜ਼ਾਰ ਹੈ ਨਾ ਮਹਾਰਾਜ ਜੀਆਂ ਦਾ, ਇੱਥੇ ਗੁਰਮੁਖੋ ਜਪ ਤਪ ਰੂਪੀ ਜਿੰਨੀਆਂ ਸਮੱਗਰੀਆਂ ਨੇ ਉਹ ਪਰਿਪੂਰਨ ਹੋ ਰਹੀਆਂ ਹਨ। ਮਨ ਇੱਛੇ ਫਲ ਪਾਏ। ਮਨ ਇੱਛੇ ਫਲ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਾਪਤ ਹੁੰਦੇ, ਕਿਉਂਕਿ ਬਚਨ ਇਹ ਹੈ ਨਾ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ। ਉਹੋ ਜੀ ਜਗ੍ਹਾ ਕੋਈ ਹੈ ਹੀ ਨਹੀਂ, ਇਸ ਕਰਕੇ ਮਨ ਇੱਛਿਤ ਫਲ ਉੱਥੋਂ ਮਿਲਦੇ। ਗੁਰਮੁਖੋ ਇਹ ਜਿਹੜੀ ਸਤ ਸੰਗਤ ਹੈ ਨਾ, ਇਹ ਵੀ ਸ੍ਰੀ ਹਰਿਮੰਦਰ ਸਾਹਿਬ ਹੀ ਹੈ। ਸੰਗਤ ਵਿੱਚੋਂ ਵੀ ਸਾਰੇ ਫਲ ਵਸਤੂਆਂ ਜਿਹੜੀਆਂ ਉਹ ਪ੍ਰਾਪਤ ਹੁੰਦੀਆਂ ਹਨ। ਸੰਤ ਸੱਜਣ ਸੁਖ ਮਾਣੈ ਰਲੀਆਂ। ਜਿਹੜੇ ਸੰਤ ਹਨ, ਸੰਤ ਸੱਜਣ ਮਿਲ ਕੇ ਰਲੀਆਂ ਕਹੀਏ ਜਿਹੜੀਆਂ ਖੁਸ਼ੀਆਂ ਹਨ, ਖੁਸ਼ੀਆਂ ਨੂੰ ਸੁੱਖਾਂ ਦੇ ਸਮੇਤ ਮਾਣਦੇ ਹਨ। ਦੁਖ ਦਰਦ ਭ੍ਰਮ ਨਾਸੀ। ਗੁਰਮੁਖਾਂ ਦੇ ਦੁੱਖ ਦਰਦ ਤੇ ਭਰਮ ਨਾਸ ਹੋ ਜਾਂਦੇ, ਭਰਮ ਨਹੀਂ ਰਹਿੰਦਾ ਹੈ, ਦੁੱਖ ਤੇ ਦਰਦ ਨਹੀਂ ਰਹਿੰਦੇ ਹਨ। ਸ਼ਬਦ ਸੁਆਰੇ ਸਤਿਗੁਰ ਪੂਰੈ। ਪੂਰਿਆਂ ਗੁਰਾਂ ਨੇ ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣੇ ਸ਼ਬਦ ਦੇ ਨਾਲ ਸਵਾਰਿਆ ਹੈ।
ਸ਼ਬਦ ਤੋਂ ਭਾਵ ਗੁਰਮੁਖੋ ਹੁੰਦਾ ਉਪਦੇਸ਼, ਜਿਨ੍ਹਾਂ ਨੂੰ ਆਪਣੇ ਉਪਦੇਸ਼ ਦੇ ਨਾਲ ਗੁਰੂ ਨੇ ਸਵਾਰਿਆ ਹੈ, ਗੁਰੂ ਨੇ ਰਹਿਮਤ ਕਰ ਦਿੱਤੀ ਹੈ। ਨਾਨਕ ਸਦ ਬਲ ਜਾਸੀ, ਐਸੇ ਗੁਰਮੁਖ ਤੋਂ ਸਦਾ ਬਲਿਹਾਰ ਜਾਣਾ ਕਰੀਏ, ਸਦਾ ਹੀ ਐਸੇ ਤੋਂ ਕੁਰਬਾਨ ਜਾਣਾ ਕਰੀਏ, ਜਿਨ੍ਹਾਂ ਨੂੰ ਮਹਾਰਾਜ ਨੇ ਉਪਦੇਸ਼ ਦੇ ਕੇ ਸਵਾਰ ਦਿੱਤਾ ਹੈ। ਦਾਤ ਖਸਮ ਕੀ ਪੂਰੀ ਹੋਈ, ਸਤਿਗੁਰੂ ਕਹਿਣ ਲੱਗੇ ਉਸ ਖਸਮ ਜੋ ਅਕਾਲ ਪੁਰਖ ਹੈ, ਉਹਦੀ ਦਾਤ ਜਿਹੜੀ ਬਖਸ਼ਿਸ਼ ਹੈ ਉਹ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਰਿਪੂਰਨ ਹੋ ਰਹੀ ਹੈ। ਜਿਹੜੀ ਵੀ ਦਾਤ ਮੰਗੋਗੇ ਉਹ ਮਿਲ ਜਾਏਗੀ। ਜਾਂ ਇਹ ਜੋ ਸਤ ਸੰਗਤ ਹੈ, ਇਹ ਸਤ ਸੰਗਤ ਵਿੱਚ ਵੀ ਸਾਰੀਆਂ ਦਾਤਾਂ ਪਰਿਪੂਰਨ ਹਨ। ਨਿਤ ਨਿਤ ਚੜੈ ਸਵਾਈ ਰਾਮ, ਨਿਤਾ ਪ੍ਰਤੀ ਸਵਾਈ ਤੋਂ ਭਾਵ ਬਹੁਤੀਆਂ ਦਾਤਾਂ ਮਿਲਦੀਆਂ। ਸੰਗਤ ਵਿੱਚ ਇਹ ਨਹੀਂ ਵੀ ਅੱਜ ਦਾਤ ਮਿਲੀ ਹੈ ਤੇ ਕੱਲ ਨੂੰ ਨਹੀਂ ਮਿਲੇਗੀ, ਪਰਸੋਂ ਨਹੀਂ ਮਿਲੇਗੀ। ਇੱਥੇ ਤੇ ਨਿਤ ਦਾਤਾਂ ਮਿਲਦੀਆਂ, ਰੋਜ਼ ਦਾਤਾਂ ਮਿਲਦੀਆਂ। ਐਸੀ ਸੰਗਤ ਮਹਾਰਾਜ ਨੇ ਬਣਾਈ ਹੈ। ਪਾਰ ਬ੍ਰਹਮ ਖਸਮਾਨਾ ਕੀਆ, ਅਕਾਲ ਪੁਰਖ ਨੇ ਆਪ ਹੀ ਕਿਰਪਾ ਕਰਕੇ ਖਸਮਾਨਾ ਕਹੀਏ ਉਹ ਮਾਲਕ ਹੈ। ਪਾਰ ਬ੍ਰਹਮ ਸਾਰਿਆਂ ਦਾ ਮਾਲਕ ਹੈ। ਇਤੀ ਵੱਡੀ ਵਡਿਆਈ ਰਾਮ, ਤੇ ਉਸ ਰਾਮ ਦੀ ਸਭ ਤੋਂ ਵੱਡੀ ਵਡਿਆਈ ਹੈ। ਉਹੀ ਰਾਮ ਗੁਰੂ ਰਾਮਦਾਸ ਦਾ ਰੂਪ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਣਾਇਆ ਹੈ ਅਤੇ ਸਾਰੀਆਂ ਦਾਤਾਂ ਮਿਲਦੀਆਂ ਪਈਆਂ। ਉਹੀ ਜਿਹੜਾ ਰਾਮ ਹੈ ਉਹ ਸਤ ਸੰਗਤ ਵਿੱਚ ਆ ਕੇ ਸੁਭਾਏਮਾਨ ਹੋਇਆ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਇਸ ਕਰਕੇ ਸਾਰੀਆਂ ਵਡਿਆਈਆਂ ਸੰਗਤ ਵਿੱਚੋਂ ਵੀ ਮਿਲਦੀਆਂ ਹਨ। ਆਦ ਜੁਗਾਦ ਭਗਤਨ ਕਾ ਰਾਖਾ, ਉਹ ਜੋ ਪਰਮੇਸ਼ਰ ਹੈ, ਆਦ ਤੋਂ ਭਾਵ ਹੁੰਦਾ ਮੁੱਢ ਤੇ ਜੁਗਾਦ ਤੋਂ ਭਾਵ ਹੁੰਦਾ ਗੁਰਮੁਖੋ ਯੁੱਗ। ਮੁੱਢ ਤੋਂ ਲੈ ਕੇ ਜਦੋਂ ਯੁੱਗ ਜਿੰਨੇ ਵੀ ਹੋਏ, ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ, ਮੁੱਢ ਤੋਂ ਲੈ ਕੇ ਜਿੰਨੇ ਵੀ ਯੁੱਗ ਹੋਏ ਨੇ ਉਹ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਬਚਨ ਆਪਾਂ ਪੜ੍ਹਦੇ ਹਾਂ, ਹਰ ਯੁੱਗ ਯੁੱਗ ਭਗਤ ਉਪਾਇਆ। ਯੁੱਗ ਦਾ ਅਰਥ ਵਿਦਵਾਨਾਂ ਨੇ ਦੋ ਕੀਤਾ ਹੈ ਤੇ ਦੋ ਵਾਰੀ ਮਹਾਰਾਜ ਨੇ ਯੁੱਗ ਲਿਖਿਆ ਹੈ। ਯੁੱਗ ਦੋ ਤੇ ਦੋ ਚਾਰ ਯੁੱਗ ਨੇ, ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਇਹਨਾਂ ਚਾਰ ਯੁੱਗਾਂ ਵਿੱਚ ਜਿਹੜੇ ਭਗਤ ਪੈਦਾ ਕੀਤੇ, ਉਹਨਾਂ ਭਗਤਾਂ ਦੀ ਉਹ ਰੱਖਿਆ ਵੀ ਆਪ ਕਰਦਾ ਹੈ। ਆਦ ਜੁਗਾਦ ਭਗਤਨ ਕਾ ਰਾਖਾ, ਜਿਹੜੇ ਭਗਤ ਭਗਤੀ ਕਰਦੇ ਪਏ, ਉਹ ਕਿਸੇ ਵੀ ਜਾਤ ਵਿੱਚੋਂ, ਗੋਤ ਵਿੱਚੋਂ, ਮਜ਼ਹਬ ਵਿੱਚੋਂ ਹੋਣ, ਉਹਨਾਂ ਦੀ ਰਾਖੀ ਉਹ ਆਪ ਕਰਦਾ ਹੈ। ਸੋ ਪ੍ਰਭ ਭਇਆ ਦਿਆਲਾ, ਉਹੀ ਪਰਮਾਤਮਾ ਸਾਰਿਆਂ ਤੇ ਦਿਆਲੂ ਹੋ ਰਿਹਾ ਹੈ। ਜੀ ਜੰਤ ਸਭ ਸੁਖੀ ਵਸਾਏ, ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜੀਵ ਜੰਤ, ਛੋਟੇ ਤੇ ਵੱਡੇ, ਸੂਖਮ ਤੇ ਸਥੂਲ ਜਿਹੜੇ ਜੀਵ ਹਨ, ਉਹ ਸੁਖੀ ਵਸਦੇ ਪਏ। ਇਸੇ ਤਰ੍ਹਾਂ ਇਹ ਜਿਹੜੀ ਸਤ ਸੰਗਤ ਹੈ ਜਿੱਥੇ ਬੈਠੇ ਹਾਂ ਆਪਾਂ, ਇਹਦੇ ਵਿੱਚ ਵੀ ਸੂਖਮ ਤੇ ਸਥੂਲ ਜਿਹੜੇ ਸਰੀਰ ਹਨ, ਜੀਵ ਹਨ, ਉਹ ਸੁਖੀ ਵਸਦੇ ਪਏ ਹਨ। ਪ੍ਰਭ ਆਪੇ ਘਰ ਪ੍ਰਤਪਾਲਾ, ਉਹ ਪਰਮਾਤਮਾ ਆਪ ਹੀ ਸਾਰਿਆਂ ਦੀ ਪਾਲਣਾ ਕਰਦਾ ਪਿਆ ਹੈ, ਸਾਰਿਆਂ ਜੀਵਾਂ ਨੂੰ ਪਾਲਦਾ ਹੈ। ਬਚਨ ਆਪਾਂ ਪੜ੍ਹਦੇ ਹਾਂ, ਸਿਰ ਸਿਰ ਰਿਜਕ ਸੰਭਾਹੇ ਠਾਕੁਰ। ਸਾਰਿਆਂ ਦੇ ਸਿਰ ਬਸਿਰ ਉਹ ਪਰਮਾਤਮਾ ਰਿਜਕ ਪਹੁੰਚਾਉਂਦਾ ਹੈ। ਦਾਦਸਪੂਰ ਰਿਆ ਜਾ ਸੁਆਮੀ, ਉਹ ਸੁਆਮੀ ਦਾ ਜਸ ਜਿਹੜਾ ਨਾ ਗੁਰਮੁਖੋ ਦਸਾਂ ਦਿਸ਼ਾ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੀਆਂ ਜਿਹੜੀਆਂ 10 ਦਿਸ਼ਾਵਾਂ ਨੇ, ਉਹਨਾਂ ਵਿੱਚ ਉਹਦਾ ਜਸ ਪਰਿਪੂਰਨ ਹੋ ਰਿਹਾ ਹੈ। ਸਾਰਿਆਂ ਥਾਵਾਂ ਤੋਂ ਨਾਮ ਦੀ ਆਵਾਜ਼ ਸੁਣਾਈ ਦਿੰਦੀ ਹੈ, ਸਾਰਿਆਂ ਥਾਵਾਂ ਤੋਂ ਕੀਰਤਨ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਸਾਰਿਆਂ ਥਾਵਾਂ ਤੋਂ ਗੁਰਬਾਣੀ ਦੇ ਪਾਠ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਸਾਰੀਆਂ ਦਿਸ਼ਾਵਾਂ ਦੇ ਵਿੱਚੋਂ ਕੇਵਲ ਨਾਮ ਦੀ ਆਵਾਜ਼ ਆਉਂਦੀ ਹੈ, ਫਿਰ ਬਖਸ਼ਦੇ ਹਨ। ਇਹ ਜਿਹੜੀ ਸਤ ਸੰਗਤ ਹੈ, ਇਹਦੀਆਂ ਵੀ ਦਸਾਂ ਦਿਸ਼ਾ ਦੇ ਵਿੱਚ ਉਹ ਸੁਆਮੀ ਅਕਾਲ ਪੁਰਖ ਪਰਿਪੂਰਨ ਹੋ ਕੇ ਆਪ ਬਰਾਜਿਆ ਹੋਇਆ ਹੈ। ਕੀਮਤ ਕਹਿ ਨਾ ਜਾਈ, ਉਸ ਦੀ ਕੀਮਤ ਕਹੀ ਨਹੀਂ ਜਾ ਸਕਦੀ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਪਰਮਾਤਮਾ ਬੜਾ ਬੇਅੰਤ ਹੈ, ਉਹਦੀ ਕੋਈ ਕੀਮਤ ਕਹਿ ਨਹੀਂ ਸਕਦਾ ਹੈ। ਕਹ ਨਾਨਕ ਸਤਿਗੁਰ ਬਲਿਹਾਰੀ, ਮਹਾਰਾਜ ਕਹਿਣ ਲਗੇ, ਐਸੇ ਗੁਰੂ ਤੋਂ ਬਲਿਹਾਰ ਜਾਣਾ ਕਰੀਏ, ਕੁਰਬਾਨ ਜਾਣਾ ਕਰੀਏ, ਸਦਕੇ ਜਾਣਾ ਕਰੀਏ। ਅਬਚਲ ਨੀਵ ਰਖਾਈ, ਜਿਸ ਗੁਰੂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਅਬਚਲ ਨੀਵ ਰੱਖੀ ਹੈ। ਹਰਿਮੰਦਰ ਸਾਹਿਬ ਦੀ ਨੀਵ ਜਿਹੜੀ ਹੈ ਨਾ, ਇਹ ਨੀਵ ਅਬਚਲ ਹੈ, ਚਲਾਏਮਾਨ ਕਦੇ ਨਹੀਂ ਹੈ। ਇਹ ਸਦਾ ਹੀ ਸਥਾਨ ਰਹਿਣ ਵਾਲਾ ਹੈ, ਜੁਗੋ ਜੁਗ ਅਟਲ ਸਥਾਨ ਹੈ।
ਐਸੇ ਗੁਰੂ ਤੋਂ ਬਲਿਹਾਰ ਜਾਈਏ ਜਿਨ੍ਹਾਂ ਨੇ ਅਬਚਲ ਨੀਵ ਰੱਖੀ ਹੈ, ਜਿਹੜੀ ਕਦੇ ਚਲਾਏ ਮਾਨ ਨਹੀਂ ਹੋਵੇਗੀ। ਐਸਾ ਸੁੰਦਰ ਹਰਮੰਦਰ ਬਣਾਇਆ ਹੈ। ਫਿਰ ਬਖਸ਼ਦੇ ਹਨ। ਕਹੋ ਨਾਨਕ ਸਤਿਗੁਰ ਬਲਿਹਾਰੀ, ਜਿਨ ਅਬਚਲ ਨੀਵ ਰਖਾਈ। ਸਤਿਗੁਰੂ ਕਹਿਣ ਲੱਗੇ ਉਸ ਪ੍ਰਮਾਤਮਾ ਤੋਂ ਬਲਿਹਾਰ ਜਾਈਏ ਭਾਈ, ਜਿਸ ਪ੍ਰਮਾਤਮਾ ਨੇ ਇਹ ਸਤ ਸੰਗਤ ਰੂਪੀ ਨਗਰ ਦੀ ਨੀਵ ਜਿਹੜੀ ਹੈ ਉਹ ਅਚਲ ਰੱਖੀ ਹੋਈ ਹੈ। ਇਹ ਸੰਗਤ ਕਦੇ ਨਹੀਂ ਮੁੱਕੇਗੀ, ਕਦੇ ਨਹੀਂ ਖਤਮ ਹੋਏਗੀ। ਇਹ ਸੰਗਤ ਸਦਾ ਰਹਿਣ ਵਾਲੀ ਹੈ। ਮਹਾਰਾਜ ਜੀਆਂ ਦਾ ਬਚਨ ਪੜ੍ਹਦੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਸੋ ਇਹ ਸਤ ਸੰਗਤ ਸਦਾ ਰਹਿਣ ਵਾਲੀ ਹੈ। ਐਸੀ ਪ੍ਰਮਾਤਮਾ ਨੇ ਨੀਂਵ ਰੱਖੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਵੀ ਨਗਰ ਵਿੱਚ ਜਾਂਦੇ, ਜਾ ਕੇ ਬਚਨੇ ਕਰਦੇ, ਭਾਈ ਧਰਮਸਾਲ ਬਣਾਓ, ਇੱਕ ਸਾਂਝਾ ਥਾਂ ਬਣਾਓ, ਉੱਥੇ ਸਾਰੇ ਬੈਠ ਕੇ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ, ਤੁਹਾਡਾ ਭਲਾ ਹੋਵੇਗਾ। ਸੋ ਇਹ ਸਤ ਸੰਗਤ ਦੀ ਦਾਤ ਦੇਣ ਵਾਲੇ ਗੁਰੂ ਨਾਨਕ ਦੇਵ ਪਾਤਸ਼ਾਹ। ਗੁਰਮੁਖੋ ਕਦੇ ਸਮਾਂ ਹੁੰਦਾ ਸੀ ਜਦੋਂ ਕੁਝ ਜਾਤਾਂ ਦੇ ਲੋਕ ਹੀ ਸੰਗਤ ਵਿੱਚ ਜਾ ਸਕਦੇ ਸਨ, ਸਾਰਿਆਂ ਨੂੰ ਨਹੀਂ ਸੀ ਜਾਣ ਦਾ ਹੁਕਮ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਕਿ ਜਗਨਨਾਥਪੁਰੀ ਦੇ ਮੰਦਿਰ ਵਿੱਚ ਪਾਂਡੇ ਆਰਤੀ ਕਰਦੇ ਪਏ, ਸੰਗਤ ਵਿੱਚ ਉਹੀ ਜਾ ਸਕਦੇ, ਉਹਨਾਂ ਤੋਂ ਬਿਨਾਂ ਕੋਈ ਦੂਜਾ ਤੀਜਾ ਜਾ ਨਹੀਂ ਸਕਦਾ। ਭਗਤ ਜੀ ਉੱਥੇ ਚਲੇ ਗਏ। ਵਾਹਿਗੁਰੂ ਜੀ ਉੱਥੇ ਆਪਾਂ ਬਚਨ ਪੜ੍ਹਦੇ ਹਾਂ ਭਗਤ ਨਾਮਦੇਵ ਜੀਆਂ ਦਾ। ਨਾਮਦੇਵ ਜੀਆਂ ਦੇ ਬਚਨ ਵਿੱਚ ਆਉਂਦਾ ਹੈ ਕਿ ਇੱਕ ਸਥਾਨ 'ਤੇ ਜਿਹੜੇ ਪਾਂਡੇ ਸਨ ਉਹ ਆਰਤੀ ਵਗੈਰਾ ਕਰਦੇ ਪਏ, ਪੂਜਾ ਕਰਦੇ ਪਏ। ਭਗਤ ਨਾਮਦੇਵ ਜੀ ਉੱਥੇ ਪਹੁੰਚ ਗਏ। ਗਲਤੀ ਦੇ ਨਾਲ ਜਗਨਨਾਥਪੁਰੀ ਦਾ ਨਾਂ ਮੂੰਹੋਂ ਨਿਕਲ ਗਿਆ ਹੈ। ਜਗਨਨਾਥਪੁਰੀ ਵਿੱਚ ਤੇ ਮਹਾਰਾਜ ਨੇ ਆਰਤੀ ਉਚਾਰੀ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਨੇ। ਗੁਰਮੁਖੋ ਇਹ ਜਿਹੜਾ ਸਥਾਨ ਹੈ ਇਹ ਮਹਾਰਾਸ਼ਟਰ ਦੇ ਵਿੱਚ ਹੈ, ਭਗਤ ਨਾਮਦੇਵ ਜੀਆਂ ਦਾ। ਉੱਥੇ ਬੈਠੇ ਹੋਏ ਪਾਂਡੇ ਪੂਜਾ ਕਰਦੇ ਪਏ, ਸੰਗਤ ਕਰਦੇ ਪਏ। ਭਗਤ ਨਾਮਦੇਵ ਜੀ ਚਲੇ ਗਏ। ਨਾਮਦੇਵ ਜੀ ਨੂੰ ਵੇਖ ਕੇ ਬੜਾ ਗੁੱਸਾ ਆਇਆ, ਇਹ ਸੰਗਤ ਵਿੱਚ ਕਿਉਂ ਆ ਗਿਆ ਹੈ? ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਹੀਨੜੀ ਜਾਤ ਮੇਰੀ ਜਾਦ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਜਿਉ ਜਿਉ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦੇਹੁਰਾ ਫਿਰੈ। ਸੋ ਜਦੋਂ ਭਗਤ ਜੀ ਨੂੰ ਬਾਹਰ ਕੱਢਿਆ, ਮਨ ਵਿੱਚ ਗੁੱਸਾ ਹੈ। ਸੋ ਪ੍ਰਮਾਤਮਾ ਨੇ ਸਨਮੁਖ ਹੀ ਰੱਖਿਆ। ਉਹ ਇੱਕ ਵਿਚਾਰ ਵੱਖਰੀ ਹੈ, ਪਰ ਗੁਰਮੁਖੋ ਇਹਦੇ ਵਿੱਚ ਵਿਚਾਰ ਇਹ ਵੀ ਹੈ ਵੀ ਸੰਗਤ ਵੀ ਸਾਰੇ ਨਹੀਂ ਸਨ ਕਰ ਸਕਦੇ। ਜਿਨ੍ਹਾਂ ਨੂੰ ਕਿਹਾ ਜਾਂਦਾ ਵੀ ਇਹ ਨੀਵੀਂ ਜਾਤ, ਉਹਨਾਂ ਨੂੰ ਸੰਗਤ ਵਿੱਚੋਂ ਬਾਹਰ ਕੱਢਿਆ ਜਾਂਦਾ ਧੱਕੇ ਮਾਰ ਕੇ, ਅਪਮਾਨ ਕਰਕੇ। ਇਹ ਤੇ ਗੁਰੂ ਨਾਨਕ ਸਾਹਿਬ ਨੇ ਹਰੇਕ ਪਿੰਡ ਵਿੱਚ ਧਰਮਸਾਲ ਬਣਵਾਈ ਤੇ ਸਾਰਿਆਂ ਹੀ ਧਰਮਾਂ ਦਿਆਂ ਲੋਕਾਂ ਨੂੰ, ਸਾਰਿਆਂ ਜਾਤਾਂ ਦੇ ਲੋਕਾਂ ਨੂੰ ਆਖਿਆ ਆਓ ਬੈਠੋ ਨਾਮ ਜਪੋ। ਕਿਸੇ ਨੂੰ ਮਨਾਹੀ ਨਹੀਂ ਹੈ। ਇਹ ਸਤ ਸੰਗਤ ਰੂਪੀ ਜਿਹੜੀ ਇਹ ਮਹਾਰਾਜ ਨੇ ਦਾਤ ਬਖਸ਼ੀ ਹੈ ਨਾ, ਨੀਵ ਰੱਖੀ ਹੈ, ਇਹ ਵੀ ਸਦਾ ਹੀ ਰਹਿਣ ਵਾਲੀ ਹੈ। ਅਤੇ ਇੱਥੇ ਹਰੇਕ ਜਾਤੀ ਦਾ, ਹਰੇਕ ਧਰਮ ਦਾ ਵਿਅਕਤੀ ਆ ਕੇ ਬੈਠ ਕੇ ਲਾਹਾ ਪ੍ਰਾਪਤ ਕਰੇਗਾ। ਫਿਰ ਬਖਸ਼ਿਸ਼ ਕਰਦੇ ਹਨ। ਕਹੋ ਨਾਨਕ ਸਤਿਗੁਰ ਬਲਿਹਾਰੀ, ਜਿਨ ਅਬਚਲ ਨੀਵ ਰਖਾਈ। ਗੁਰਮੁਖੋ ਅਬਚਲ ਨੀਵ ਕੀ ਹੈ? ਇਹ ਜਿਹੜੀ ਸੋਢ ਬੰਸ ਹੈ, ਜਿਹੜੀ ਸੋਢੀਆਂ ਦੀ ਬੰਸ ਹੈ ਨਾ, ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਕੁੱਲ ਨੂੰ ਭਾਗ ਲਾਇਆ ਹੈ। ਮਹਾਰਾਜ ਕਹਿਣ ਲੱਗੇ ਇਹ ਸੋਢ ਬੰਸ ਵੀ ਭਾਈ ਅਬਚਲ ਹੀ ਹੈ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਇਸ ਨੂੰ ਭਾਗ ਲਾਉਣ ਵਾਲੇ ਹਨ। ਫਿਰ ਬਖਸ਼ਦੇ ਹਨ। ਕਹੋ ਨਾਨਕ ਸਤਿਗੁਰ ਬਲਿਹਾਰੀ, ਜਿਨ ਅਬਚਲ ਨੀਵ ਰਖਾਈ। ਸਤਿਗੁਰੂ ਕਹਿਣ ਲੱਗੇ ਇਹ ਜਿਹੜੀ ਗੁਰਤਾ ਗੱਦੀ ਮਹਾਰਾਜ ਜੀਆਂ ਦੀ ਹੈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦੀ, ਇਹ ਗੁਰਤਾ ਗੱਦੀ ਨੀਵ ਵੀ ਭਾਈ ਅਬਚਲ ਹੀ ਹੈ, ਕਿਉਂਕਿ ਇਹ ਤੇ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਿਰਾਜਮਾਨ ਹਨ। ਐਸੀ ਨੀਵ ਪਾਤਸ਼ਾਹ ਨੇ ਰੱਖੀ ਹੈ। ਇਹ ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਜੀਆਂ ਦੀ, ਜਿਹੜੇ ਵੀ ਨਮਸਕਾਰ ਕਰਨਗੇ, ਬਾਣੀ ਪੜ੍ਹਨਗੇ, ਉਹਨਾਂ ਦਾ ਭਲਾ ਹੋਣਾ ਹੈ। ਗਿਆਨ ਧਿਆਨ ਪੂਰਨ ਪਰਮੇਸ਼ਰ। ਸਤਿਗੁਰੂ ਕਹਿਣ ਲੱਗੇ ਉਸ ਪੂਰਨ ਪਰਮੇਸ਼ਰ ਦਾ ਗਿਆਨ ਧਿਆਨ ਇਸ ਹਰਿਮੰਦਰ ਦੇ ਅੰਦਰ ਹੈ। ਹਰ ਹਰ ਕਥਾ ਨਿਤ ਸੁਣੀਐ ਰਾਮ। ਆਉਣ ਵਾਲੇ ਸਮੇਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੋਂ ਕਥਾ ਕੀਰਤਨ ਦੇ ਪ੍ਰਵਾਹ ਸੰਗਤ ਸੁਣਿਆ ਕਰੇਗੀ। ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ। ਕਹਿਣ ਲੱਗੇ ਐਸਾ ਸ੍ਰੀ ਹਰਿਮੰਦਰ ਬਣਾਇਆ ਹੈ, ਇਹਦੇ ਵਿੱਚ ਹਮੇਸ਼ਾ ਹੀ ਸੰਗਤਾਂ ਕਥਾ ਕੀਰਤਨ ਨਾਮ ਬਾਣੀ ਸੁਣਿਆ ਕਰਨਗੀਆਂ। ਜਾਂ ਕਹਿ ਲਈਏ ਇਹ ਸਤ ਸੰਗਤ ਰੂਪੀ ਜਿਹੜਾ ਹਰਿਮੰਦਰ ਹੈ,
ਇਹਦੇ ਵਿੱਚ ਵੀ ਕਥਾ ਕੀਰਤਨ ਔਰ ਨਿਤਨੇਮ ਦੇ ਪ੍ਰਵਾਹ ਚੱਲਦੇ ਰਹਿੰਦੇ ਹਨ। ਅਨਹਦ ਚੋਜ ਭਗਤ ਭਾਵ ਭੰਜਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਨਹਦ ਇੱਕ ਰਸ ਚੋਜ ਜਿਹੜੇ ਕੌਤਕ ਹਨ ਉਹ ਪ੍ਰਮਾਤਮਾ ਕਰਦਾ ਹੈ, ਔਰ ਪ੍ਰਮਾਤਮਾ ਜਿਹੜਾ ਹੈ ਉਹ ਭਗਤਾਂ ਦੇ ਭਾਵ ਕਹੀਏ ਜੰਮਣ ਤੇ ਮਰਨ ਤੇ ਭੰਜਨ ਕਹੀਏ ਨਾਸ ਕਰਦਾ। ਉਹ ਪ੍ਰਮਾਤਮਾ ਆਪਣੇ ਭਗਤਾਂ ਦੇ ਜੰਮਣ ਮਰਨ ਨੂੰ ਨਾਸ ਕਰ ਦਿੰਦਾ ਹੈ, ਐਸੇ ਉਹ ਕੌਤਕ ਕਰਨ ਵਾਲਾ ਹੈ। ਅਨਹਦ ਵਾਜੇ ਧੁਨੀਆ ਰਾਮ। ਉਸ ਰਾਮ ਦੇ ਜਿਹੜੇ ਵਾਜੇ ਨੇ ਅਨਹਦ ਇੱਕ ਰਸ ਉਹਨਾਂ ਦੀ ਧੁਨੀ ਵੱਜਦੀ ਪਈ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਇੱਕ ਰਸ ਉਹਦੀ ਸਿਫਤ ਦੇ ਵਾਜੇ ਵੱਜਦੇ ਪਏ, ਜਾਂ ਕਹਿ ਲਈਏ ਐ ਸਤ ਸੰਗਤ ਦੇ ਵਿੱਚ ਵੀ ਪਰਮਾਤਮਾ ਦੀ ਸਿਫਤ ਦੇ ਵਾਜੇ ਹਰ ਵੇਲੇ ਵੱਜਦੇ ਹਨ। ਅਨਹਦ ਚੁਨਕਾਰੇ ਤਤ ਵਿਚਾਰੇ। ਪਾਤਸ਼ਾਹ ਕਹਿਣ ਲੱਗੇ ਇਹ ਜੋ ਬਾਜਿਆਂ ਦੀ ਝੁਨਕਾਰ ਹੈ ਅਨਹਦ ਇੱਕ ਰਸ ਹੀ ਵੱਜਦੀ ਪਈ ਹੈ, ਉਹਦੀ ਸਿਫਤ ਦੇ ਵਾਜੇ। ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧਨੋ ਵਾਵਨ ਹਾਰੇ, ਵਾਵਨ ਹਾਰੇ ਵਜਾਉਣ ਵਾਲੇ, ਸਾਜ਼ਾਂ ਦੇ ਵਜਾਉਣ ਵਾਲੇ, ਵਾਜੇ ਵੀ ਵੱਜਦੇ ਪਏ, ਸਾਜ਼ ਵੀ ਸਿਫਤ ਕਰਦੇ ਤੇ ਸਾਜ਼ਾਂ ਨੂੰ ਵਜਾਉਣ ਵਾਲੇ ਵੀ ਸਿਫਤ ਕਰਦੇ ਪਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜਿਹੜੇ ਝੁਨਕਾਰੇ ਝੁਨਕਾਰ ਪਾਉਣ ਵਾਲੇ ਅਨਹਦ ਜਿਹੜੇ ਵਾਜੇ ਇੱਕ ਰਸ ਹੀ ਵੱਜਦੇ ਪਏ, ਅਤੇ ਗੁਰਮੁਖ ਜਿਹੜੇ ਨੇ ਉਹ ਸਤ ਸੰਗਤ ਵਿੱਚ ਬੈਠ ਕੇ ਤਤ ਵਿਚਾਰੇ, ਤਤ ਦੀ ਵਿਚਾਰ ਸਿਧਾਂਤ ਦੀ ਕਰਦੇ ਹਨ। ਸੰਤ ਗੋਸ਼ਟ ਨਿਤ ਹੋਵੇ। ਇਸ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸੰਤਾਂ ਦੀ ਸਾਧੂਆਂ ਦੀ ਗੋਸ਼ਟੀ ਹੋਇਆ ਕਰੇਗੀ, ਵਿਚਾਰ ਚਰਚਾ ਹੋਇਆ ਕਰੇਗੀ, ਨਾਮ ਬਾਣੀ ਦੇ ਬਚਨ ਪ੍ਰਵਾਹ ਇੱਥੇ ਹੋਇਆ ਕਰਨਗੇ, ਐਸੀ ਦਾਤ ਬਖਸ਼ਦੇ ਹਨ। ਹਰ ਨਾਮ ਰਾਧਾ ਮੈਲ ਸਭ ਕੱਟ। ਜਿਹੜੇ ਨਾਮ ਜਪਣਗੇ ਉਹਨਾਂ ਦੇ ਰਾਗ ਤੇ ਦਵੈਸ਼ ਦੀ ਮੈਲ ਕੱਟੀ ਜਾਏਗੀ। ਰਾਗ ਗੁਰਮੁਖੋ ਕਹਿੰਦੇ ਮੋਹ ਨੂੰ ਤੇ ਦਵੈਸ਼ ਕਹਿੰਦੇ ਈਰਖਾ ਨੂੰ। ਜਿਹੜੇ ਨਾਮ ਜਪਣਗੇ ਉਹਨਾਂ ਦੇ ਮਨ ਵਿੱਚੋਂ ਈਰਖਾ ਮੁੱਕ ਜਾਏਗੀ, ਨਾਮ ਜਪਣਗੇ ਉਹਨਾਂ ਦੇ ਮਨ ਵਿੱਚੋਂ ਮੋਹ ਵੀ ਮੁੱਕ ਜਾਏਗਾ। ਇਹ ਮੈਲਾਂ ਕੱਟੀਆਂ ਜਾਂਦੀਆਂ, ਫਿਰ ਬਖਸ਼ਿਸ਼ ਕਰਦੇ ਹਨ। ਹਰ ਨਾਮ ਰਾਧਾ ਮੈਲ ਸਭ ਕੱਟ। ਗੁਰਮੁਖੋ ਮੈਲ ਹੁੰਦੀ ਹੈ ਪਾਪਾਂ ਦੀ। ਅਸੀਂ ਕੱਪੜਾ ਪਾਈਏ ਤੇ ਮਿੱਟੀ ਲੱਗ ਜਾਏ ਤੇ ਮੈਲਾ ਹੋ ਜਾਂਦਾ ਨਾ, ਸਾਡੇ ਮਨ ਨੂੰ ਵੀ ਮੈਲ ਲੱਗਦੀ ਹੈ, ਪਰ ਮੈਲ ਲੱਗਦੀ ਹੈ ਪਾਪ ਦੀ। ਸਤਿਗੁਰੂ ਕਹਿੰਦੇ ਨਾਮ ਜਪੋਗੇ ਪਾਪ ਦੀ ਮੈਲ ਕੱਟੀ ਜਾਏਗੀ। ਜਦੋਂ ਕੋਈ ਅੰਮ੍ਰਿਤਧਾਰੀ ਸਿੱਖ ਗਲਤੀ ਕਰਦਾ ਨਾ, ਪੰਜਾਂ ਪਿਆਰਿਆਂ ਦੇ ਸਾਹਮਣੇ ਜਾ ਕੇ ਬੇਨਤੀ ਕਰਦਾ ਮੇਰੇ ਕੋਲ ਆਹ ਗਲਤੀ ਹੋਈ, ਉਹ ਜਾਣਦੇ ਨੇ ਵੀ ਪਾਪ ਦੀ ਮੈਲ ਕਰਕੇ ਗਲਤੀ ਹੋਈ ਹੈ। ਉਹ ਕਹਿੰਦੇ ਗੁਰਮੁਖਾ ਇੰਨੇ ਗੁਰਬਾਣੀ ਦੇ ਪਾਠ ਕਰ, ਜਿਵੇਂ ਜਿਵੇਂ ਤੇਰਾ ਨਿਤਨੇਮ ਵਧੇਗਾ, ਸਿਮਰਨ ਵਧੇਗਾ, ਨਾਮ ਵਧੇਗਾ, ਇਹ ਮੈਲ ਆਪੇ ਕੱਟੀ ਜਾਣੀ ਹੈ। ਇਸ ਕਰਕੇ ਉਹ ਗੁਰਬਾਣੀ ਦੇ ਪਾਠ ਦੀ ਸੇਵਾ ਲਾ ਦਿੰਦੇ। ਕਈ ਵਾਰੀ ਕੁਝ ਲੋਕ ਇਹ ਗੱਲ ਕਹਿੰਦੇ ਵੀ ਇਸ ਬੰਦੇ ਨੇ ਗੁਨਾਹ ਕੀਤਾ, ਇਹਨੂੰ ਸਜ਼ਾ ਵੱਡੀ ਲਾਉਣੀ ਚਾਹੀਦੀ ਸੀ, ਛੋਟੀ ਜੀ ਸੇਵਾ ਲਾਈ ਹੈ। ਨਾਮ ਜਪਣ ਨੂੰ ਛੋਟੀ ਸੇਵਾ ਸਮਝਦੇ। ਗੁਰਮੁਖੋ ਨਾਮ ਹੀ ਇੱਕ ਇਹੋ ਜਿਹਾ ਹੈ ਜਿਹੜਾ ਪਾਪ ਤੋਂ ਮੁਕਤ ਕਰ ਸਕਦਾ ਹੈ, ਜਿਹੜਾ ਤੁਹਾਡੇ ਕਰਮ ਧਰਮ ਨੂੰ ਉੱਚਾ ਕਰ ਸਕਦਾ ਹੈ, ਜਿਹੜਾ ਪਾਪ ਤੋਂ ਤੁਹਾਨੂੰ ਬਚਾ ਸਕਦਾ ਹੈ। ਇਹਦੇ ਤੋਂ ਵੱਡੀ ਸੇਵਾ ਕੋਈ ਲੱਗ ਹੀ ਨਹੀਂ ਸਕਦੀ ਹੈ। ਸੋ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀਆਂ ਮੈਲਾਂ ਕੱਟੀਆਂ ਜਾਂਦੀਆਂ ਹਨ, ਕਿਲ ਵੇਖ ਸਗਲਾ ਖੋਵਾ। ਅਤੇ ਸਾਰੇ ਬੱਜਰ ਪਾਪ ਉਹਨਾਂ ਦੇ ਨਾਸ ਹੋ ਜਾਂਦੇ ਹਨ। ਤਾਂ ਜਨਮ ਨਾ ਮਰਨਾ ਆਵਣ ਜਾਣਾ। ਇਹ ਸਤ ਸੰਗਤ ਵਿੱਚ ਔਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜੰਮਣਾ ਮਰਨਾ ਆਉਣਾ ਜਾਣਾ ਇਹ ਸਭ ਕੁਝ ਮੁੱਕ ਜਾਂਦਾ ਹੈ। ਬੋੜ ਨਾ ਪਾਈਏ ਜੋਨੀਐ। ਬਾਅਦ ਵਿੱਚ ਜੂਨਾਂ ਵਿੱਚ ਨਹੀਂ ਪਈਦਾ ਹੈ, ਸਾਰੀਆਂ ਜੂਨਾਂ ਖਤਮ ਹੋ ਜਾਂਦੀਆਂ। ਜਿਹੜੇ ਸਤ ਸੰਗਤ ਵਿੱਚ ਆ ਕੇ ਬੈਠਣਗੇ ਨਾ ਗੁਰਮੁਖੋ, ਬਚਨ ਮਹਾਰਾਜ ਜੀਆਂ ਦਾ, ਫਿਰ ਜੂਨੀ ਵਿੱਚ ਨਹੀਂ ਪੈਂਦੇ ਹਨ, ਜਨਮਾਂ ਵਿੱਚ ਨਹੀਂ ਆਉਂਦੇ, ਐਸੇ ਜਨਮਾਂ ਤੋਂ ਬਚ ਜਾਂਦੇ ਹਨ। ਨਾਨਕ ਗੁਰ ਪਰਮੇਸ਼ਰ ਪਾਇਆ, ਜਿਸ ਪ੍ਰਸਾਦ ਇਛ ਪੁੰਨੀਐ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ, ਨਾਨਕ ਗੁਰ, ਗੁਰੂ ਨਾਨਕ ਦੇਵ ਮਹਾਰਾਜ ਦੇ ਪੰਜਵੇਂ ਸਰੂਪ ਨੇ ਗੁਰੂ ਅਰਜਨ ਦੇਵ ਪਾਤਸ਼ਾਹ। ਉਹ ਕਹਿਣ ਲੱਗੇ ਪਰਮੇਸ਼ਰ ਪਾਇਆ, ਜਿਨ੍ਹਾਂ ਨੇ ਪਰਮੇਸ਼ਰ ਪਾ ਲਿਆ ਨਾ ਭਾਈ, ਉਹਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ, ਔਰ ਜਿਹੜੇ ਪਰਮੇਸ਼ਰ ਨੂੰ ਪਾਉਣਗੇ ਉਹਨਾਂ ਦੀਆਂ ਇੱਛਾ ਪੂਰੀਆਂ ਹੋ ਜਾਣਗੀਆਂ। ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਰਮੇਸ਼ਰ ਪਾ ਲੈਣਗੇ ਸਾਡੇ ਸਿੱਖ ਬਾਣੀ ਪੜ੍ਹ ਕੇ, ਨਾਮ ਜਪ ਕੇ। ਔਰ ਇਹ ਜਿਹੜਾ ਸਤ ਸੰਗਤ ਹੈ ਜਿਹਦੇ ਵਿੱਚ ਬੈਠੇ ਆ, ਇਹਦੇ ਵਿੱਚ ਵੀ ਨਾਮ ਜਪ ਕੇ ਬਾਣੀ ਪੜ੍ਹ ਕੇ ਪਰਮੇਸ਼ਰ ਨੂੰ ਪਾ ਲੈਣਗੇ ਸਾਡੇ ਸਿੱਖ, ਤੇ ਜਿਹੜੇ ਪਾ ਲੈਣਗੇ ਉਹਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ, ਐਸੀ ਦਾਤ ਮਿਲੇਗੀ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਂ ਸੜੀਆਂ
ਜੋ ਵੈ ਸਾਹਿਬ ਸਿਓ ਮੇਲ। ਤੈ ਜਨਮ ਨ ਮਰਨਾ ਆਵਣ ਜਾਣਾ, ਬਹੁ ਨਾ ਪਾਈਏ ਜੋਨੀਐ। ਨਾਨਕ ਗੁਰ ਪਰਮੇਸ਼ਰ ਪਾਇਆ, ਜਿਸ ਪ੍ਰਸਾਦ ਇਛ ਪੁਨੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ 9 ਵਜੇ ਆਪਣੇ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗ ਰਿਹਾ ਹੈ। ਸਰੀਰ ਦੇ ਜੋੜਾਂ ਦਾ ਦਰਦ, ਗੋਡਿਆਂ ਮੋਢਿਆਂ ਦਾ ਦਰਦ, ਸਰਵਾਈਕਲ ਦਾ ਦਰਦ, ਇਹ ਸਾਰਿਆਂ ਦਰਦਾਂ ਦਾ ਕੈਂਪ ਲੱਗਣਾ ਹੈ 9 ਵਜੇ। ਜਿਨ੍ਹਾਂ ਸੰਗਤਾਂ ਨੇ ਲਾਹੇ ਲੈਣੇ ਹੋਣ, ਪਹੁੰਚਣ ਦੀ ਕਿਰਪਾਲਤਾ ਕਰਨੀ। 9:30 ਵਜੇ ਗੋਲਕ ਦੀ ਗਿਣਤੀ ਹੋਣੀ ਮਾਇਆ ਦੀ। ਜਿਨ੍ਹਾਂ ਕੋਲ ਸਮਾਂ ਹੋਵੇ ਉਹ ਪਹੁੰਚ ਕੇ ਭਾਈ ਮਾਇਆ ਦੀ ਗਿਣਤੀ ਕਰਾਉਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।